ਵੈਲਕਮ ਬੈਕ। ਮੈਂ ਮਨਵੀਰ ਕੌਰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ 1966 ਤੱਕ ਦੀ ਕਿ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਵਿਤਕਰਾ ਕਿੱਥੇ ਕੀਤਾ, ਜਿਹੜਾ ਬਾਅਦ ਵਿੱਚ ਪੰਜਾਬ ਦੇ ਦਿਲ ਦੇ ਵਿੱਚ ਵਸ ਗਿਆ ਕਿ ਦਿੱਲੀ ਨੇ ਉਹਨਾਂ ਦੇ ਨਾਲ ਵਿਤਕਰਾ ਕੀਤਾ, ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਔਰ ਉਹਨਾਂ ਦੇ ਹੱਕ ਮਾਰੇ। ਉਹ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਆ ਉਹਨੂੰ ਸੈਂਟਰ ਆਪਣੇ ਕੋਲ ਲੈ ਗਿਆ, ਜੋ ਪੰਜਾਬ ਦਾ ਸਟੇਟ ਦਾ ਹੱਕ ਬਣਦਾ ਸੀ, ਔਰ ਨਾਲ ਹੀ ਚੰਡੀਗੜ੍ਹ ਨੂੰ ਯੂਟੀ ਡਿਕਲੇਅਰ ਕਰਤਾ। ਉਹ ਕਿਵੇਂ ਕੀਤਾ, ਸ਼ਾਹ ਕਮਿਸ਼ਨ ਦੀ ਸਾਰੀ ਗੱਲ ਹੋਈ ਆ। ਅੱਗੇ ਵਧਦੇ ਹਾਂ। ਹੁਣ ਅੱਗੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੋਈ ਕਿ ਪੰਜਾਬ ਪਹਿਲੀ ਵਾਰੀ ਸਿੱਖ ਮੈਜੋਰਿਟੀ ਸੂਬਾ ਬਣ ਗਿਆ। 1947 ਤੋਂ ਪਹਿਲਾਂ ਦਾ ਪੰਜਾਬ ਸੀ, ਉੱਥੇ ਮੁਸਲਿਮ ਮੈਜੋਰਿਟੀ ਸੀ, 11-12% ਸਿੱਖ ਸੀਗੇ। ਉਸ ਤੋਂ ਬਾਅਦ ਜਿਹੜਾ ਪੰਜਾਬ ਬਣਿਆ ਵੰਡ ਤੋਂ ਬਾਅਦ, ਭਾਰਤ ਦਾ ਪੰਜਾਬ ਜਿਹੜਾ ਸੀ, ਜਿਹਦੇ ਵਿੱਚ ਹਰਿਆਣਾ ਵੀ ਸ਼ਾਮਿਲ ਸੀ, HP ਵੀ ਸ਼ਾਮਿਲ ਸੀ, ਉਹ ਹਿੰਦੂ ਮੈਜੋਰਿਟੀ ਪੰਜਾਬ ਸੀ। ਉਹਦੇ ਵਿੱਚ ਜਿਹੜੇ ਸਿੱਖ ਸੀ ਉਹ ਫਿਰ ਮਾਈਨੋਰਿਟੀ ਸੀ। ਪਰ ਫਾਈਨਲੀ ਅਕਾਲੀ ਦਲ ਨੂੰ ਇੱਕ ਚੀਜ਼ ਦਾ ਸਕੂਨ ਮਿਲਿਆ ਕਿ ਉਹਨਾਂ ਨੂੰ ਇੱਕ ਸਿੱਖ ਸੂਬਾ ਮਿਲ ਗਿਆ, ਜਿਹੜੇ ਸੂਬੇ ਦਾ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਇੱਥੇ ਖੁਸ਼ਵੰਤ ਸਿੰਘ ਜੀ ਦੀ ਗੱਲ ਸਹੀ ਲੱਗਦੀ ਹੈ ਕਿ ਸ਼ੂਗਰ ਕੋਟ ਕਰਕੇ ਉਹਨਾਂ ਨੇ ਪੰਜਾਬੀ ਦੀ ਅਸਲ ਦੇ ਵਿੱਚ ਇੱਕ ਸੂਬਾ ਮੰਗਿਆ ਜਿੱਥੇ ਸਿੱਖ ਮੈਜੋਰਿਟੀ ਹੋਵੇ। ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਕਿ ਅਕਾਲੀਜ਼ ਦਾ ਆਈਡੈਂਟੀਟੀ ਕ੍ਰਾਈਸਿਸ ਸੀ। ਉਹਨਾਂ ਨੇ ਆਪਣੀ ਸੱਤਾ ਸਥਾਪਿਤ ਕਰਨੀ ਸੀ ਜੋ ਨਹੀਂ ਹੋ ਸਕਦੀ ਸੀ ਬਿਨਾਂ ਪੰਜਾਬ ਨੂੰ ਸਿੱਖ ਮੈਜੋਰਿਟੀ ਸੂਬਾ ਬਣਾਏ ਹੋਏ। ਉਹੀ ਗੱਲ ਹੋਈ ਪੰਜਾਬ ਦੇ ਵਿੱਚ। ਅਕਾਲੀ ਦਲ ਦੀ ਸਰਕਾਰ ਪਹਿਲੀ ਵਾਰੀ 1966 'ਚ ਜਦੋਂ ਰੀਆਰਗੇਨਾਈਜੇਸ਼ਨ ਐਕਟ ਆਉਂਦਾ, ਉਸ ਟਾਈਮ ਗਵਰਨਰੀ ਰਾਜ ਲਗਾ ਦਿੱਤਾ ਜਾਂਦਾ ਤਾਂ ਕਿ ਜਿਹੜਾ ਸਭ ਕੁਛ ਆ ਉਹ ਸਹੀ ਢੰਗ ਦੇ ਨਾਲ ਸਰਕਾਰ ਕਰ ਸਕੇ। 1967 ਦੇ ਵਿੱਚ ਇਲੈਕਸ਼ਨ ਆਉਂਦੇ ਆ ਫਰਵਰੀ ਦੇ ਵਿੱਚ। 1967 ਦੇ ਇਲੈਕਸ਼ਨਾਂ ਦੇ ਵਿੱਚ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੁੰਦਾ ਜਦੋਂ ਕਾਂਗਰਸ ਦੀ ਸਰਕਾਰ ਨਹੀਂ ਬਣਦੀ, ਜਦੋਂ ਕਾਂਗਰਸ ਹਾਰ ਜਾਂਦੀ ਹੈ ਔਰ ਸਰਕਾਰ ਬਣਦੀ ਹੈ ਬਾਕੀ ਪਾਰਟੀਆਂ ਦੀ। ਪਰ ਅਕਾਲੀ ਦਲ ਜਿਨ੍ਹਾਂ ਨੇ ਐਡਾ ਵੱਡਾ ਸੰਘਰਸ਼ ਕੀਤਾ ਹੁੰਦਾ, ਉਹ ਵੀ ਇੱਥੇ ਆਪਣੀ ਸਰਕਾਰ ਨਹੀਂ ਬਣਾ ਪਾਉਂਦੇ। ਉਹਨਾਂ ਨੂੰ ਕੁਛ ਕੁ ਸੀਟਾਂ ਆਉਂਦੀਆਂ ਔਰ ਅਲਟੀਮੇਟਲੀ ਜਿਹੜੀ ਸਰਕਾਰ ਬਣਦੀ ਹੈ ਉਹ ਸਰਕਾਰ ਇੱਕ ਯੂਨਾਈਟਿਡ ਸਰਕਾਰ ਬਣਦੀ ਹੈ, ਜਿਹਦੇ ਵਿੱਚ ਛੋਟੇ ਪੋਲੀਟੀਕਲ ਪਾਰਟੀਆਂ ਆਪਸ 'ਚ ਮਿਲ ਕੇ ਇੱਕ ਗੱਠਜੋੜ ਬਣਾ ਕੇ ਜਿਹਦਾ ਨਾਮ ਰੱਖਦੀਆਂ ਯੂਨਾਈਟਿਡ ਫਰੰਟ ਦੀ ਸਰਕਾਰ ਬਣਾਉਂਦੀਆਂ ਨੇ, ਜਿਹਦੇ ਵਿੱਚ CM ਬਣਦੇ ਨੇ ਗੁਰਨਾਮ ਸਿੰਘ। ਇਹ ਅਲੱਗ ਵੀਡੀਓ ਮੇਰੇ ਚੈਨਲ 'ਤੇ ਅਵੇਲੇਬਲ ਆ, ਤੁਸੀਂ ਦੇਖ ਸਕਦੇ ਹੋ। ਮੈਂ ਵੈਸੇ ਕਾਰਡ ਦੇ ਵਿੱਚ ਵੀ ਪਾਉਣ ਦੀ ਕੋਸ਼ਿਸ਼ ਕਰਾਂਗੀ। ਪਹਿਲੀ ਵਾਰੀ ਨੌਨ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਆ, ਪਰ ਉਹ ਸਰਕਾਰ ਚੱਲ ਨਹੀਂ ਪਾਉਂਦੀ। ਉਹ ਸਿਰਫ 8 ਮਹੀਨੇ ਹੀ ਉਹ ਸਰਕਾਰ ਚੱਲਦੀ ਹੈ। ਉਸ ਤੋਂ ਬਾਅਦ ਫਿਰ ਅਗਲੀ ਸਰਕਾਰ ਆਉਂਦੀ, ਅਗਲਾ ਚੀਫ ਮਿਨਿਸਟਰ ਆਉਂਦਾ, ਉਹ ਵੀ ਸਿਰਫ 8-9 ਮਹੀਨੇ ਹੀ ਚੱਲ ਪਾਉਂਦਾ। ਉਸ ਤੋਂ ਬਾਅਦ ਫਿਰ ਅਗਲੀ CM ਆਉਂਦਾ, ਉਹ ਸਿਰਫ 1 ਸਾਲ ਚੱਲ ਸਕਦਾ। ਉਸ ਤੋਂ ਬਾਅਦ ਫਿਰ ਅਗਲਾ CM ਆਉਂਦਾ, ਉਹ ਵੀ ਸਿਰਫ 1 ਸਾਲ ਹੀ ਚੱਲ ਪਾਉਂਦਾ। ਮਤਲਬ ਕਿ 1967 ਤੋਂ ਲੈ ਕੇ 1970 ਤੱਕ 4 ਮੁੱਖ ਮੰਤਰੀ ਆ, 4 ਵਾਰੀ ਸਰਕਾਰ ਜਿਹੜੀ ਆ ਉਹ ਪਾਵਰ ਆ ਉਹ ਸ਼ਿਫਟ ਹੋ ਜਾਂਦੀ ਹੈ। ਇਹਦਾ ਮਤਲਬ ਕਿ ਜਿਹੜਾ ਅਕਾਲੀ ਦਲ ਸੀ ਉਹਨਾਂ ਦੀ ਇੰਨੇ ਸਾਲ ਮੰਗ ਤਾਂ ਰਹੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ, ਪਰ ਪੰਜਾਬੀ ਸੂਬਾ ਲੈਣ ਤੋਂ ਬਾਅਦ ਅਕਾਲੀ ਦਲ ਕੀ ਕੰਮ ਕਰੇਗਾ ਉਸ ਚੀਜ਼ ਦੀ ਉਹਨਾਂ ਕੋਲ ਕੋਈ ਕਲੈਰਿਟੀ, ਕੋਈ ਨੋਸ਼ਨ, ਕੋਈ ਵੀ ਆਈਡੀਆ, ਪੋਲਿਸੀ ਕੁਛ ਨਹੀਂ ਸੀ। ਪਰ ਜਿਹੜਾ ਪੰਜਾਬ ਸੀ ਉਹਦੇ ਵਿੱਚ ਇੱਕ ਪੋਲੀਟੀਕਲ ਇਨਸਟੇਬਿਲਿਟੀ ਜ਼ਰੂਰ ਆਈ ਕਿ 6 ਮਹੀਨੇ, 8 ਮਹੀਨੇ, 7 ਮਹੀਨੇ, 1 ਸਾਲ ਇੱਦਾਂ ਸਰਕਾਰਾਂ ਰਹੀਆਂ। ਔਰ ਇੱਥੇ ਇੱਕ ਬਹੁਤ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਆ ਬਾਅਦ ਵਿੱਚ ਕਿ ਜਿਹੜੇ ਇੱਕ ਦੂਜੇ ਦੇ ਕੱਟੜ ਵਿਰੋਧੀ ਸੀ, ਇੱਕ ਪਾਸੇ ਅਕਾਲੀ ਦਲ ਆਪਣਾ ਸੰਘਰਸ਼ ਚਲਾਉਂਦਾ ਸੀ ਔਰ ਇੱਕ ਪਾਸੇ ਜਨ ਸੰਘ ਸੀ ਜਿਹੜਾ ਆਪਣਾ ਸੰਘਰਸ਼ ਹਿੰਦੀ ਦਾ ਚਲਾਉਂਦਾ ਸੀ, ਜਿਹੜਾ ਕਹਿੰਦਾ ਸੀ ਮਹਾ ਪੰਜਾਬ ਹੋਵੇ, ਇੱਕ ਕਹਿੰਦਾ ਸੀ ਪੰਜਾਬੀ ਸੂਬਾ ਹੋਵੇ। ਬਟ ਇਹਨਾਂ ਸਰਕਾਰਾਂ ਦੇ ਵਿੱਚ 1967 ਦੇ ਵਿੱਚ ਹੀ ਅਕਾਲੀ ਦਲ ਔਰ ਜਨ ਸੰਘ ਦੋਨੋਂ ਗੱਠਜੋੜ ਦੇ ਵਿੱਚ ਆ ਕੇ ਇੱਕ ਦੂਜੇ ਨਾਲ ਸਰਕਾਰ ਬਣਾਉਂਦੇ ਆ। ਜਿਹੜੇ ਪਹਿਲਾਂ ਖੂਨ ਖਰਾਬੇ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਪੰਜਾਬ ਦੇ ਵਿੱਚ 1965-66 ਦੇ ਵਿੱਚ, ਉਸ ਟਾਈਮ ਇਹਨਾਂ ਦੋਨਾਂ ਧਿਰਾਂ ਦੀ ਲੜਾਈ ਸੀ, ਜਿਨ੍ਹਾਂ ਨੇ ਇਸ ਮੁੱਦੇ ਨੂੰ ਇੰਨਾ ਉਛਾਲਿਆ, ਪੈਰਲਰ ਮਰਨ ਵਰਤ ਰੱਖਿਆ ਔਰ ਬਹੁਤ ਕੁਝ ਕੀਤਾ ਗਿਆ। ਬਾਅਦ ਵਿੱਚ ਉਹੀ ਇਕੱਠੇ ਹੋ ਕੇ ਸਰਕਾਰ ਬਣਾਉਂਦੇ ਨੇ। ਜਿਹੜੀ ਸਰਕਾਰ ਬਣਾਈ ਸੀ ਉਹਦੇ ਵਿੱਚ ਕੁਰਸੀ ਦੇ ਲਈ ਲੜਾਈ, CM ਕੁਰਸੀ ਦੇ ਲਈ ਲੜਾਈ ਜਿਹੜੀ ਸੀ ਉਹ ਬਹੁਤ ਐਵੀਡੈਂਟ, ਆਪਾਂ ਕਈ ਕਿਤਾਬਾਂ ਪੜ੍ਹ ਸਕਦੇ ਹਾਂ, ਉਹਦੇ ਵਿੱਚ ਦਿਖਦੀਆਂ ਇਹ ਸਾਰੀਆਂ ਚੀਜ਼ਾਂ। ਔਰ ਸਿਰਫ ਆਪਸ ਦੀ ਧੜੇਬਾਜ਼ੀ ਸੀ ਔਰ ਇੱਕ ਦੂਜੇ ਨਾਲ ਕੋਈ ਲਾਇਲਟੀ ਨਹੀਂ ਸੀ। ਔਰ ਜਿਹੜਾ ਪੰਜਾਬੀ ਸੂਬਾ ਲਿਆ ਸੀ ਉਹਦੇ ਫਿਊਚਰ ਦੀ, ਉਹਦੀ ਪੋਲਿਸੀ ਮੇਕਿੰਗ ਦੀ ਤਾਂ ਚਿੰਤਾ ਹੀ ਨਜ਼ਰ ਨਹੀਂ ਆਉਂਦੀ। ਇਹ ਸਾਰੀਆਂ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਇਹ ਦੱਸ ਰਹੀ ਹਾਂ, ਇਹ ਮੇਰੀ ਥੋਰੋ ਰਿਸਰਚ ਹੈ ਜਿਹੜੀ ਮੈਂ 3 ਜਾਂ 4 ਬੁੱਕਸ ਤੋਂ ਕੀਤੀ ਹੋਈ ਹੈ। ਜਿਹੜੇ ਉਸ ਟਾਈਮ ਦੇ ਬਿਊਰੋਕਰੇਟਸ ਨੇ ਕਿਤਾਬਾਂ ਲਿਖੀਆਂ ਨੇ, ਉਹ ਕਿਸੇ ਵੀ ਪੋਲੀਟੀਕਲ ਐਂਗਲ ਤੋਂ ਉਹਨਾਂ ਕਿਤਾਬਾਂ ਨਹੀਂ ਲਿਖੀਆਂ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਸਮਰਥਨ ਦੇ ਵਿੱਚ ਕਿਤਾਬ ਲਿਖਦੇ ਸੀ। ਉਹਨਾਂ ਨੇ ਜੋ ਅੰਦਰ ਹੋਇਆ ਉਹ ਸਾਰੀ ਚੀਜ਼ ਨੂੰ ਪਬਲਿਸ਼ ਕੀਤਾ ਹੈ। ਸੋ ਉਹਦੇ ਵਿੱਚੋਂ ਦੱਸਿਆ ਵੀ ਗਿਆ ਔਰ ਆਪਾਂ ਨੂੰ ਐਵੀਡੈਂਟ ਵੀ ਹੈ ਵੀ ਜਦੋਂ ਇੱਕ CM ਨੂੰ ਸਿਰਫ 8 ਮਹੀਨੇ ਚੱਲਣ ਦਿੱਤਾ ਜਾਂਦਾ ਹੈ, 7 ਮਹੀਨੇ ਚੱਲਣ ਦਿੱਤਾ ਜਾਂਦਾ। ਸੋ ਇਹ ਚੀਜ਼ਾਂ ਸੀ ਜਿਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਅਕਾਲੀ ਦਲ ਚਾਹੁੰਦਾ ਸੀ ਪੰਜਾਬੀ ਸੂਬਾ ਬਣੇ, ਬਟ ਅਕਾਲੀ ਦਲ ਨੇ ਉਹ ਪੰਜਾਬੀ ਸੂਬੇ ਦਾ ਕਰਨਾ ਕੀ ਸੀ ਅੱਗੇ, ਇਸ ਚੀਜ਼ ਦੀ ਉਹਨਾਂ ਨੂੰ ਕੋਈ ਸਮਝ ਨਹੀਂ ਸੀ। ਬਸ ਇਹ ਉਹ ਦੌਰ ਸੀ ਜਦੋਂ ਚੰਡੀਗੜ੍ਹ ਦਾ ਮੁੱਦਾ ਇੱਕ ਸਿਆਸਤ ਬਣ ਗਿਆ।
ਅਕਾਲੀ ਦਲ ਔਰ ਯੂਨਾਈਟਿਡ ਫਰੰਟ ਦੀ ਸਰਕਾਰ ਸੀ, ਜਿਹੜੀ ਕਾਂਗਰਸ ਸਰਕਾਰ ਸੀ, ਉਹ ਪਹਿਲੀ ਵਾਰੀ ਸੱਤਾ ਤੋਂ ਬਾਹਰ ਹੋਈ ਸੀ। ਪਰ ਕਾਂਗਰਸ ਸਰਕਾਰ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਜਾਂ ਯੂਨਾਈਟਿਡ ਫਰੰਟ ਦੀ ਗਠਜੋੜ ਦੀ ਜਿਹੜੀ ਸਰਕਾਰ ਸੀ ਉਹਨਾਂ ਨੂੰ ਚੱਲਣ ਨਹੀਂ ਸੀ ਦੇਣਾ ਚਾਹੁੰਦੀ, ਕਿਉਂਕਿ ਕਾਂਗਰਸ ਨੂੰ ਆਦਤ ਨਹੀਂ ਸੀ ਵਿਰੋਧੀ ਧਿਰ ਦੇ ਵਿੱਚ ਬੈਠਣ ਦੀ। ਸੋ ਜਦੋਂ ਇਹ ਖਿੱਚੋਤਾਣ ਚੱਲਦੀ ਸੀ ਤਾਂ ਉਸ ਟਾਈਮ ਦਰਸ਼ਨ ਸਿੰਘ ਫੇਰੂਮਾਨ ਇੱਕ ਸੁਤੰਤਰ ਪਾਰਟੀ ਦੇ ਆਪਣੇ ਰਾਜ ਸਭਾ ਦੇ ਮੈਂਬਰ ਰਹੇ ਸੀਗੇ, ਹੋਰ ਵੀ ਉਹਨਾਂ ਦੀ ਬਹੁਤ ਅਚੀਵਮੈਂਟ ਸੀਗੀਆਂ, ਸੁਤੰਤਰਤਾ ਸੈਲਾਨੀ ਸੀਗੇ। ਉਹਨਾਂ ਵੱਲੋਂ ਇੱਕ ਮਰਨ ਵਰਤ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਜਾਂਦਾ ਕਿ ਮੈਂ ਉਨੀ ਦੇਰ ਤੱਕ ਫਾਸਟ ਤੇ ਰਵਾਂਗਾ, ਮਰਨ ਵਰਤ ਤੇ ਬੈਠਾਂਗਾ ਜਿੰਨੀ ਦੇਰ ਤੱਕ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਦਾ। ਦਰਸ਼ਨ ਸਿੰਘ ਫੇਰੂਮਾਨ ਦਾ ਨਾਮ ਆਪਾਂ ਨੇ ਬਹੁਤ ਸੁਣਿਆ, ਬਟ ਮੈਂ ਪਹਿਲੀ ਵਾਰ ਸ਼ਾਇਦ ਇਹ ਗੱਲ ਪਹਿਲੀ ਵਾਰ ਮੇਰਾ ਇੱਕ ਚੈਨਲ ਹੈ ਜਿਹੜਾ ਗੱਲ ਕਹਿ ਰਿਹਾ ਹੈ ਕਿ ਉਸ ਸਮੇਂ ਦੀ ਸਿਆਸਤ ਕੀ ਸੀ। ਇੱਕ ਪਾਸੇ ਦਰਸ਼ਨ ਸਿੰਘ ਫੇਰੂਮਾਨ 73 ਡੇਜ਼ ਦੇ ਫਾਸਟ ਤੋਂ ਬਾਅਦ ਆਪਣੀ ਜਾਨ ਦੇ ਦਿੰਦੇ ਆ, ਪਰ ਅਕਾਲੀ ਦਲ ਜਿਹੜੀ ਅਕਾਲੀ ਦਲ ਉਸ ਟਾਈਮ ਸਰਕਾਰ 'ਚ ਬੈਠੀ ਸੀ, ਉਹ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਸੀਰੀਅਸ ਹੀ ਨਹੀਂ ਹੋਇਆ। ਦਰਸ਼ਨ ਸਿੰਘ ਫੇਰੂਮਾਨ ਦੇ ਜਿਹੜਾ ਉਹ ਮਰਨ ਵਰਤ ਤੇ ਬੈਠੇ ਸੀ, ਉਸ ਚੀਜ਼ ਨੂੰ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਇਹ ਇੱਕ ਸਾਬੋਟਾਜ ਕਰਨ ਦੀ ਕੋਸ਼ਿਸ਼ ਹੈ ਅਕਾਲੀ ਸਰਕਾਰ ਨੂੰ ਫਰੋਮ ਦ ਕਾਂਗਰਸ ਪਾਰਟੀ, ਔਰ ਕਾਂਗਰਸ ਪਾਰਟੀ ਨੇ ਹੀ ਦਰਸ਼ਨ ਸਿੰਘ ਫੇਰੂਮਾਨ ਨੂੰ ਮਰਨ ਵਰਤ ਤੇ ਬਿਠਾਇਆ ਆ, ਪ੍ਰਵੋਕ ਕੀਤਾ ਆ। ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਹੁੰਦੇ ਨੇ 73 ਡੇਜ਼ ਦੇ ਬਾਅਦ, ਮਰਨ ਵਰਤ ਤੋਂ ਉਹਨਾਂ ਦੀ ਉਹ ਮੌਤ ਹੋ ਜਾਂਦੀ ਹੈ। ਇੱਕ ਬਹੁਤ ਵੱਡੀ ਈਵੈਂਟ ਸੀ ਔਰ ਇਹ ਈਵੈਂਟ ਹੀ ਮੁੜ ਕੇ ਜਿਹੜੇ ਸੰਤ ਫਤਿਹ ਸਿੰਘ ਜਿਹੜੇ ਇੱਕ ਲੀਡਰ ਸੀ ਜਿਨ੍ਹਾਂ ਨੇ ਬਹੁਤ ਵੱਡਾ ਮਾਸਟਰ ਤਾਰਾ ਸਿੰਘ ਤੋਂ ਬਾਅਦ ਉਹਨਾਂ ਦਾ ਯੋਗਦਾਨ ਸੀ, ਪੈਰਲਰ ਉਹਨਾਂ ਦਾ ਖੈਰ ਆਪਸ 'ਚ ਡਿਸਪਿਊਟ ਵੀ ਸੀਗਾ। ਸੰਤ ਫਤਿਹ ਸਿੰਘ ਇੱਕ ਕਿੰਗ ਮੇਕਰ ਸੀ ਯੂਨਾਈਟਿਡ ਫਰੰਟ ਦੀ ਸਰਕਾਰ ਦੇ ਵਿੱਚ। ਸੋ ਸੰਤ ਫਤਿਹ ਸਿੰਘ ਇੱਥੇ ਮਜਬੂਰ ਹੁੰਦੇ ਨੇ ਕਿ ਉਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ। ਇੱਥੋਂ ਤੱਕ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਜਾਂ ਉਹਨਾਂ ਦੇ ਮਰਨ ਵਰਤ ਨੂੰ ਇੱਕ ਪੋਲੀਟਿਕਸ ਦੱਸਿਆ ਜਾਂਦਾ ਹੈ, ਜਿਹੜੀ ਅਕਾਲੀ ਦਲ ਐਂਡ ਹੋਰ ਜਿਹੜਾ ਅਕਾਲੀ ਦਲ ਦੀ ਅਲੱਗ-ਅਲੱਗ ਧੜੇਬਾਜ਼ੀਆਂ ਸੀ ਉਹਨਾਂ ਵੱਲੋਂ। ਬਹੁਤ ਸਾਰੇ ਅਕਾਲੀ ਲੀਡਰਸ ਨੇ ਉਸ ਟਾਈਮ ਸੰਤ ਫਤਿਹ ਸਿੰਘ ਨੂੰ ਔਰ ਜਿਹੜੇ ਅਕਾਲੀ ਸਰਕਾਰ 'ਚ ਬੈਠੇ ਸੀ ਉਹਨਾਂ ਨੂੰ ਕਿਹਾ ਕਿ ਇਸ ਮੂਵਮੈਂਟ ਨੂੰ, ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਨੂੰ ਇੱਕ ਐਦਾਂ ਦਾ ਮੌਕਾ ਵਰਤ ਕੇ ਆਪਾਂ ਨੂੰ ਜਿਹੜਾ ਚੰਡੀਗੜ੍ਹ ਦੇ ਲਈ ਸੰਘਰਸ਼, ਪਲੱਸ ਨਾਲ ਹੀ ਪੰਜਾਬ ਦੇ ਪਾਣੀਆਂ ਦਾ ਸੰਘਰਸ਼, ਔਰ ਨਾਲ ਹੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਹੋਰ ਸੂਬਿਆਂ ਦੇ ਵਿੱਚ ਰਹਿ ਗਏ ਜਿਵੇਂ ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ, ਉਹਨਾਂ ਦਾ ਸੰਘਰਸ਼ ਆਪਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ। ਪਰ ਜਿਹੜੀ ਕੁਰਸੀ ਦਾ ਲਾਲਚ ਉਹ ਕਰਨ ਨਹੀਂ ਦਿੰਦਾ। ਗੁਰਨਾਮ ਸਿੰਘ CM ਸੀ, ਉਹਨਾਂ ਨੂੰ ਆਪਣੀ ਕੁਰਸੀ ਨਹੀਂ ਸੀ ਉਹ ਗਵਾਉਣਾ ਚਾਹੁੰਦੇ, ਔਰ ਨਾ ਹੀ ਅਕਾਲੀ ਲੀਡਰਸ਼ਿਪ ਜਿਹੜੇ ਮੰਤਰੀ ਸੀ ਉਹ ਆਪਣਾ ਰੈਜ਼ਿਗਨੇਸ਼ਨ ਦੇਣਾ ਚਾਹੁੰਦੇ ਸੀ। ਸੋ ਇਹ ਇੱਕ ਕਾਰਨ ਆ ਜਿਹਦੇ ਨਾਲ ਇਹ ਜਿਹੜੀ ਚੀਜ਼ ਆ ਉਹ ਫਿਰ ਟਾਲ ਦਿੱਤੀ ਜਾਂਦੀ ਆ। ਅਕਤੂਬਰ 1969 ਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਜੀ ਪੂਰੇ ਹੁੰਦੇ ਨੇ। ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਜਨਵਰੀ 1970 ਮਤਲਬ 4-5 ਮਹੀਨਿਆਂ ਬਾਅਦ ਸੰਤ ਫਤਿਹ ਸਿੰਘ ਆਪਣਾ ਫਾਸਟ ਰੱਖਦੇ ਨੇ, ਮਰਨ ਵਰਤ ਰੱਖਦੇ ਨੇ, ਔਰ ਕਹਿੰਦੇ ਨੇ ਕਿ ਮੈਂ ਆਪਣੇ ਆਪ ਨੂੰ ਆਤਮਦਾਹ ਕਰ ਲਾਂਗਾ, ਮੈਂ ਆਪਣੇ ਆਪ ਨੂੰ ਸੈਲਫ ਇਮੋਲੇਟ ਕਰ ਲਾਂਗਾ ਅਗਰ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਗਿਆ। ਸੋ ਇਸ ਜਗ੍ਹਾ ਤੇ ਇੱਕ ਉਹ ਮੂਵਮੈਂਟ ਆ ਜਾਂਦੀ ਹੈ ਗੁਰਨਾਮ ਸਿੰਘ ਸਰਕਾਰ ਨੂੰ ਕਿ ਅਗਰ ਇਹ ਚੀਜ਼ ਨੂੰ ਸੋਲਵ ਨਾ ਕੀਤਾ ਗਿਆ ਤਾਂ ਉਹ ਸਰਕਾਰ ਦੇ ਵਿੱਚ CM ਨਹੀਂ ਬਣੇ ਰਹਿ ਸਕਦੇ, ਅਕਾਲੀ ਸਰਕਾਰ ਜਿਹੜੀ ਗਿਰ ਜਾਏਗੀ। ਸੋ ਗੁਰਨਾਮ ਸਿੰਘ ਦੇ ਪ੍ਰੈਸ਼ਰ ਅਧੀਨ ਇੰਦਰਾ ਗਾਂਧੀ 29 ਜਨਵਰੀ 1970 ਨੂੰ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰਦੇ ਆ, ਔਰ ਇੱਥੇ ਇੰਦਰਾ ਗਾਂਧੀ ਜਿਹੜਾ ਪੰਜਾਬ ਅਵਾਰਡ ਹੈ ਉਹ ਪੰਜਾਬ ਨੂੰ ਮਿਲਦਾ ਹੈ। ਇੰਦਰਾ ਗਾਂਧੀ ਅਵਾਰਡ ਪੰਜਾਬ ਨੂੰ ਮਿਲਦਾ ਹੈ, ਜਿਹਦੇ ਵਿੱਚ ਚੰਡੀਗੜ੍ਹ ਦੇ ਡਿਸਪਿਊਟ ਦਾ ਅਗਲਾ ਹਿੱਸਾ ਸ਼ੁਰੂ ਹੁੰਦਾ ਹੈ। ਸੋ ਇਸ ਅਵਾਰਡ ਦੇ ਵਿੱਚ ਪਹਿਲੀ ਵਾਰੀ ਇਹ ਗੱਲ ਉੱਠਦੀ ਹੈ ਕਿ ਚੰਡੀਗੜ੍ਹ ਜਿਹੜਾ ਚੰਡੀਗੜ੍ਹ UT ਦਾ ਕੈਪੀਟਲ ਕੰਪਲੈਕਸ ਹੈ ਉਹ ਪੰਜਾਬ ਨੂੰ ਦੇ ਦਿੱਤਾ ਜਾਏਗਾ। ਕੈਪੀਟਲ ਕੰਪਲੈਕਸ ਜਿੱਥੇ ਵਿਧਾਨ ਸਭਾ, ਹਾਈ ਕੋਰਟ, ਇਹ ਸਾਰੇ ਜਿਹੜੇ ਮੇਨ ਆਫਿਸਸ ਆ ਇਹ ਸਾਰਾ ਪੰਜਾਬ ਨੂੰ ਜਾਏਗਾ, ਔਰ ਜਿਹੜੇ ਫਾਜ਼ਿਲਕਾ ਔਰ ਅਬੋਹਰ ਦੇ ਕੁਝ ਇਲਾਕੇ ਨੇ ਉਹ ਐਕਸਚੇਂਜ ਕੀਤੇ ਜਾਣਗੇ ਹਰਿਆਣਾ ਦੇ ਨਾਲ ਵੀ। ਉਹ ਹਿੰਦੀ ਬੋਲਦੇ ਇਲਾਕੇ ਉੱਥੋਂ ਹਰਿਆਣਾ ਨੂੰ ਦੇ ਦਿੱਤੇ ਜਾਣਗੇ, ਔਰ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਕੈਪੀਟਲ ਕੰਪਲੈਕਸ ਏਰੀਆ ਦੇ ਦਿੱਤਾ ਜਾਊਗਾ। ਔਰ ਨਾਲ ਹੀ ਹਰਿਆਣਾ ਨੂੰ 10 ਕਰੋੜ ਕੈਸ਼ ਔਰ 10 ਕਰੋੜ ਉਹਨਾਂ ਨੂੰ ਕਰਜ਼ਾ ਦਿੱਤਾ ਜਾਏਗਾ ਤਾਂ ਕਿ ਉਹ ਆਪਣੀ ਨਵੀਂ ਰਾਜਧਾਨੀ ਅਗਲੇ ਆਉਣ ਵਾਲੇ 5 ਸਾਲਾਂ ਦੇ ਤੱਕ ਇਸਟੈਬਲਿਸ਼ ਕਰ ਲੈਣ। ਸੋ ਇਹ ਸੀ ਇੰਦਰਾ ਗਾਂਧੀ ਅਵਾਰਡ ਜਿਹੜਾ ਸੰਤ ਫਤਿਹ ਸਿੰਘ ਦੇ ਉਸ ਵਰਤ ਤੋਂ ਇੰਦਰਾ ਗਾਂਧੀ ਆਪ ਇੰਟਰਵੀਨ ਕਰਦੇ ਆ, ਉਹਨਾਂ ਨੂੰ ਰੋਕਦੇ ਆ, ਔਰ ਇਹ ਇੰਦਰਾ ਗਾਂਧੀ ਅਵਾਰਡ ਦਿੰਦੇ ਆ। ਇਸ ਅਵਾਰਡ ਦੀ ਅੱਗੇ ਕਾਰਵਾਈ ਕੀ ਹੁੰਦੀ ਹੈ ਕਿ ਇੱਕ ਕਮਿਸ਼ਨ ਬਣਦਾ, ਉਸ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਇਲਾਕੇ ਹਰਿਆਣਾ ਨਾਲ ਬਦਲੇ ਜਾਣਗੇ ਫਾਜ਼ਿਲਕਾ ਬੋਰਡ ਦੇ, ਉਹਨਾਂ ਦਾ ਪੂਰੀ ਬਾਉਂਡਰੀ ਤੈਅ ਕੀਤੀ ਜਾਵੇ, ਉਹਨਾਂ ਤੇ ਪ੍ਰੋਪਰ ਉਹ ਡਿਸਾਈਡ ਕੀਤੇ ਜਾਣ ਕਿਹੜੇ ਇਲਾਕੇ ਹੋਣਗੇ। ਕਈ ਰਿਪੋਰਟਸ ਦੱਸਦੀਆਂ ਨੇ ਕਿ 60 ਤੋਂ 65 ਪਿੰਡ ਔਰ ਕਈ ਕਹਿੰਦੇ ਨੇ 100 ਪਿੰਡ ਤੱਕ ਜਿਹੜੇ ਉਹ ਡਿਸਾਈਡ ਕਰ ਲਏ ਗਏ ਸੀ ਕਿ ਹਰਿਆਣਾ ਨੂੰ ਦੇ ਦਿੱਤੇ ਜਾਣਗੇ। ਪਰ ਉਹਦੇ ਵਿੱਚ ਇੱਕ ਪਿੰਡ ਆਉਂਦਾ ਸੀ ਕੰਦੂਖੇੜਾ ਪਿੰਡ।
ਕੰਦੂ ਖੇੜਾ ਕਰੂ ਨਵੇੜਾ, ਇਹ ਨਾਰਾ ਤੁਸੀਂ ਸੁਣਿਆ ਹੋਏਗਾ। ਇੱਥੇ ਆ ਕੇ ਇਵੈਂਟ ਆਉਂਦੀ ਹੈ ਜਿਹੜਾ ਕੰਦੂ ਖੇੜਾ ਪਿੰਡ ਹੈ। ਖੈਰ ਉਹਦੇ ਵਿੱਚ ਬਹੁਤ ਸਾਜ਼ਿਸ਼ਾਂ ਕੀਤੀਆਂ ਗਈਆਂ ਕਿ ਕਿਸੇ ਤਰ੍ਹਾਂ ਉਸ ਪਿੰਡ ਨੂੰ ਹਿੰਦੀ ਭਾਸ਼ਾ ਦਾ ਦਿਖਾ ਦਿੱਤਾ ਜਾਵੇ, ਬਟ ਅਲਟੀਮੇਟਲੀ ਉਹ ਜਿਹੜਾ ਪਿੰਡ ਹੈ ਫਾਈਨਲੀ ਉਹ ਪੰਜਾਬੀ ਭਾਸ਼ਾ ਤੇ ਆਧਾਰਿਤ ਆਉਂਦਾ। ਸੋ ਇੱਕ ਬੋਟਲਨੈਕ ਬਣਦਾ। ਸੋ ਕੰਦੂ ਖੇੜੇ ਤੋਂ ਵੀ ਇਹ ਮੰਗ ਕੀਤੀ ਗਈ ਸਰਕਾਰ ਵੱਲੋਂ, ਇੰਦਰਾ ਗਾਂਧੀ ਸਰਕਾਰ ਵੱਲੋਂ, ਕਿ ਇੱਥੇ ਇੱਕ ਕੋਰੀਡੋਰ ਬਣਾ ਦਿੱਤਾ ਜਾਵੇ ਕਿ ਹਰਿਆਣਾ ਨੂੰ ਕੰਦੂ ਖੇੜਾ ਤੋਂ ਕੋਰੀਡੋਰ ਬਣਾ ਕੇ ਜਿਹੜੇ ਪਿਛਲੇ 100 ਪਿੰਡ ਆ ਜਾਂ 60 ਪਿੰਡ ਆ ਉਹ ਦੇ ਦਿੱਤੇ ਜਾਣ। ਸੋ ਇਸ ਚੀਜ਼ ਦਾ ਘੋਰ ਵਿਰੋਧ ਕੀਤਾ ਗਿਆ ਔਰ ਕੰਦੂ ਖੇੜੇ ਤੇ ਦੁਆਰਾ ਸੈਂਸਸ ਜਿਹੜਾ ਹੋਇਆ ਉਹ ਅਸਾਮ ਰਾਈਫਲਸ ਜਿਹੜੀ ਇੱਕ ਮਿਲਟਰੀ ਦੇ ਪਰਛਾਵੇਂ ਥੱਲੇ ਕੀਤਾ ਗਿਆ, ਕਿਉਂਕਿ ਬਹੁਤ ਤਰ੍ਹਾਂ ਦੇ ਮੋਰਚੇ ਜਿਹੜੇ ਸੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਵੀ ਲਗਾ ਲਏ ਗਏ ਸੀ। ਪਰ ਕੰਦੂ ਖੇੜਾ ਪਿੰਡ ਇੱਕ ਇੱਦਾਂ ਦੀ ਘਟਨਾ ਸੀ ਜਿਹਨੇ ਉਸ ਪਿੰਡ ਨੇ ਅਬੋਹਰ ਫਾਜ਼ਿਲਕਾ ਦੇ ਕਈ ਪਿੰਡ ਹਰਿਆਣਾ 'ਚ ਜਾਣ ਤੋਂ ਰੋਕ ਦਿੱਤੇ, ਕਿਉਂਕਿ ਉਹ ਜਿਹੜਾ ਪਿੰਡ ਸੀ ਉਹ ਡਟ ਕੇ ਪੰਜਾਬੀ ਬੋਲਣ ਵਾਲਿਆਂ ਦਾ ਪਿੰਡ ਨਿਕਲਿਆ, ਚਾਹੇ ਬਹੁਤ ਸਾਬੋਟਾਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਇੱਕ ਵਾਰੀ ਫਿਰ ਚੰਡੀਗੜ੍ਹ ਪੰਜਾਬ ਨੂੰ ਆਉਂਦਾ ਰਹਿ ਗਿਆ, ਕਿਉਂਕਿ ਜਿਹੜਾ ਉਹ ਕਮਿਸ਼ਨ ਸੀ ਉਹ ਡਿਸਾਈਡ ਹੀ ਨਹੀਂ ਕਰ ਪਾਇਆ ਵੀ ਕਿਹੜਾ ਏਰੀਆ ਕਿੱਦਾਂ ਕਰੀਏ। ਉਸ ਟਾਈਮ ਦੀ ਅਖਬਾਰਾਂ ਦੇ ਵਿੱਚ ਸੁਰਖੀਆਂ ਛਪੀਆਂ ਸੀ ਕਿ ਆਉਣ ਵਾਲੇ 5 ਸਾਲਾਂ ਤੱਕ ਚੰਡੀਗੜ੍ਹ ਜਿਹੜਾ ਪੰਜਾਬ ਦਾ ਹੋ ਜਾਏਗਾ, ਪਰ ਇਹ ਬਾਅਦ ਵਿੱਚ ਮੁਮਕਿਨ ਨਹੀਂ ਹੋ ਪਾਇਆ। ਹੁਣ 1970 ਤੱਕ ਇੱਥੇ ਹੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਚੀਫ ਮਿਨਿਸਟਰ ਬਣਦੇ ਆ। ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਦੇ ਆ। ਖੈਰ ਉਹਨਾਂ ਦੀ ਚੀਫ ਮਿਨਿਸਟਰੀ ਥੋੜ੍ਹੀ ਦੇਰ ਹੀ ਉਸ ਟਾਈਮ ਚੱਲਦੀ ਹੈ। ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨਾਲ ਚੀਫ ਮਿਨਿਸਟਰ ਬਣਦੇ ਆ, ਜਿਨ੍ਹਾਂ ਨਾਲ ਗੱਠਜੋੜ ਕਰਦੇ, ਉਹ ਵੀ ਜਨਸੰਘ ਦੀ ਸਰਕਾਰ। ਪਰ 1971 ਦੇ ਜਿਹੜੇ MP ਦੇ ਇਲੈਕਸ਼ਨ ਆਉਂਦੇ ਆ, ਦਿੱਲੀ ਵਾਲੇ ਸੈਂਟਰ ਦੇ ਇਲੈਕਸ਼ਨ ਆਉਂਦੇ ਆ, ਲੋਕ ਸਭਾ ਇਲੈਕਸ਼ਨ, ਉਹਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਂਦਾ। ਲੋਕਾਂ ਦਾ ਇੱਕ ਵਾਰੀ ਭਰੋਸਾ ਅਕਾਲੀ ਦਲ ਤੋਂ ਟੁੱਟ ਜਾਂਦਾ। ਕਾਂਗਰਸ ਪਾਰਟੀ 13 ਚੋਂ 12 ਸੀਟਾਂ ਲੈ ਜਾਂਦੀ ਹੈ ਜਾਂ 11 ਸੀਟਾਂ ਲੈ ਜਾਂਦੀ ਹੈ ਔਰ ਅਕਾਲੀ ਦਲ ਕੋਲ ਸਿਰਫ 1 ਸੀਟ ਬਚਦੀ ਹੈ। ਸੋ ਇਹ ਇੱਕ ਇੱਦਾਂ ਦਾ ਸਾਈਨ ਸੀ ਜਿਹੜਾ ਅਕਾਲੀ ਦਲ ਨੂੰ ਜਿਹਨੇ ਦਿਖਾਇਆ ਕਿ ਉਹਨਾਂ ਦਾ ਲੋਕ ਹੁਣ ਉਹਨਾਂ 'ਤੇ ਭਰੋਸਾ ਨਹੀਂ ਕਰਦੇ, ਕਿਉਂਕਿ ਅਕਾਲੀ ਦਲ ਨੇ ਪਿਛਲੇ 4 ਸਾਲਾਂ ਤੋਂ 66 ਤੋਂ ਲੈ ਕੇ 70-71 ਤੱਕ ਸਿਰਫ ਔਰ ਸਿਰਫ ਆਪਣਾ ਰਾਜਨੀਤਿਕ ਇੰਟਰਸਟ ਹੀ ਦਿਖਾਇਆ ਸੀ। ਹੋਰ ਪਾਸੇ ਉਹਨਾਂ ਦਾ ਕੋਈ ਵੀ ਇੰਟਰਸਟ ਨਹੀਂ ਸੀ। ਸੰਤ ਫਤਿਹ ਸਿੰਘ ਨੇ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਵਰਤ ਰੱਖਿਆ, ਮੈਂ ਦੱਸਦਾ ਕਿ ਇੱਕ ਫੇਰੂਮਾਨ ਜੀ ਦਾ ਪ੍ਰੈਸ਼ਰ ਸੀ, ਜਿਹਦੇ ਕਰਕੇ ਸੰਤ ਫਤਿਹ ਸਿੰਘ ਨੂੰ ਆਪਣਾ ਜਿਹੜਾ ਵਰਤ ਰੱਖਣਾ ਪਿਆ ਸੀ। ਔਰ ਉਹ ਵਰਤ ਨੂੰ ਤੋੜਵਾਉਣ ਲਈ ਇੰਦਰਾ ਗਾਂਧੀ ਨੂੰ ਕਿਉਂ ਆਉਣਾ ਪਿਆ? ਕਿਉਂਕਿ ਗੁਰਨਾਮ ਸਿੰਘ ਜੀ ਨੇ ਆਪਣੀ ਕੁਰਸੀ CM ਕੁਰਸੀ ਬਚਾਉਣੀ ਸੀ, ਇਸ ਕਰਕੇ ਉਹਨਾਂ ਨੇ ਵੀ ਇੰਟਰਵੀਨ ਕੀਤਾ। 1971-72 ਤੋਂ ਬਾਅਦ ਹੀ ਅਕਾਲੀ ਦਲ ਦੀਆਂ ਸਰਕਾਰਾਂ ਟਿਕ ਨਹੀਂ ਪਾਈਆਂ ਸੱਤਾ ਦੇ ਵਿੱਚ। ਸੋ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਈ, ਫਿਰ ਅਕਾਲੀ ਦਲ ਨੇ ਆਨੰਦਪੁਰ ਰੈਜ਼ੋਲੂਸ਼ਨ ਪਾਸ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ। ਫਿਰ ਉਹਨਾਂ ਨੇ ਚੰਡੀਗੜ੍ਹ ਦਾ ਮੁੱਦਾ ਜਿਹੜਾ ਉਹ ਦੁਬਾਰਾ ਸ਼ੁਰੂ ਕਰ ਦਿੱਤਾ। ਇੱਕ ਰਾਈਟਰ ਨੇ ਕਿਹਾ ਵੀ ਹੈ ਕਿ ਜਦੋਂ ਅਕਾਲੀ ਦਲ ਸਿਆਸਤ ਦੇ ਵਿੱਚ ਹੁੰਦੀ ਹੈ, ਉਹਨਾਂ ਨੂੰ ਚੰਡੀਗੜ੍ਹ ਜਾਂ ਪੰਜਾਬ ਦੇ ਕਿਸੇ ਮੁੱਦੇ ਨਾਲ ਕੋਈ ਲੈਣ ਦੇਣ ਨਹੀਂ, ਉਹਨਾਂ ਨੂੰ ਭੁੱਲ ਹੀ ਜਾਂਦਾ ਹੈ, ਉਹਨਾਂ ਨੂੰ ਪੈਰਾਲਿਸਿਸ ਹੋ ਜਾਂਦਾ ਹੈ। ਬਟ ਜਦੋਂ ਸੱਤਾਹੀਣ ਹੋ ਜਾਂਦੇ ਆ, ਫਿਰ ਉਹਨਾਂ ਦਾ ਜਿਹੜਾ ਰੈਸਕਿਊ ਆ, ਜਿਹੜਾ ਰਿਫਿਊਜ਼ ਲੈਂਦੇ ਆ, ਉਹ ਪੰਜਾਬ ਦੇ ਪਾਣੀਆਂ ਦੇ ਮਸਲੇ, ਚੰਡੀਗੜ੍ਹ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਸਿੱਖਾਂ ਦਾ ਮਸਲਾ, ਇਹਦੇ ਵਿੱਚ ਆ ਜਾਂਦੇ ਆ। ਸਿਰਫ ਔਰ ਸਿਰਫ ਇੱਕ ਸੱਤਾ ਦੀ ਲੜਾਈ ਦੇ ਲਈ ਵਰਤਿਆ ਜਾਣ ਵਾਲਾ ਮੁੱਦਾ ਬਣ ਗਿਆ ਚੰਡੀਗੜ੍ਹ ਮੁੱਦਾ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਸੀ ਉਹ ਬਹੁਤ ਇੰਪੋਰਟੈਂਟ ਸੀ। 1973 ਦੇ ਵਿੱਚ ਉਹ ਇੱਕ ਡਰਾਫਟ ਹੁੰਦਾ, ਉਹਦੇ ਕਈ ਡਰਾਫਟ ਬਣਦੇ ਆ। ਉਹਦੇ ਵਿੱਚ ਕਈ ਚੀਜ਼ਾਂ ਗੁੱਡ ਵੀ ਸੀ, ਕਈ ਚੀਜ਼ਾਂ ਨਹੀਂ ਵੀ ਤਸੱਲੀ ਬਖਸ਼ ਸੀਗੀਆਂ, ਬਟ ਇੱਕ ਉਹ ਇੱਦਾਂ ਦਾ ਡਾਕੂਮੈਂਟ ਸੀ ਜਿਹੜਾ ਦੇਸ਼ ਦੇ ਵਿੱਚ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਮੰਗਾਂ ਕਰਦਾ ਸੀ। ਉਸ ਅਨੰਦਪੁਰ ਰੈਜ਼ੋਲੂਸ਼ਨ ਦੇ ਕਈ ਡਰਾਫਟ ਬਣਾਏ, ਪਰ ਜਿਹੜਾ ਸੰਤ ਲੌਂਗੋਵਾਲ ਜੀ ਦਾ ਜਿਹੜਾ ਡਰਾਫਟ ਸੀ ਉਹਨੂੰ ਇੱਕ ਆਥੈਂਟਿਕ ਡਰਾਫਟ ਮੰਨਿਆ ਗਿਆ, ਜਿਸ ਡਰਾਫਟ ਨੂੰ ਬਣਾਉਣ ਦੇ ਲਈ ਪ੍ਰਕਾਸ਼ ਸਿੰਘ ਬਾਦਲ, ਟੌੜਾ ਸਾਹਿਬ ਐਂਡ ਹੋਰ ਵੀ 2-3 ਜਿਹੜੇ ਵੱਡੇ ਲੀਡਰ ਸੀ ਉਹ ਮੌਜੂਦ ਸੀ, ਜਿਨ੍ਹਾਂ ਦਾ ਆਪਾਂ ਅੱਜ ਵੀ ਨਾਮ ਜਾਣਦੇ। 1975 ਦੇ ਵਿੱਚ ਦੇਸ਼ ਦੇ ਵਿੱਚ ਐਮਰਜੈਂਸੀ ਲੱਗਦੀ ਹੈ। ਸੋ ਇੱਕ ਤਰ੍ਹਾਂ ਨਾਲ 2 ਸਾਲ ਇੱਦਾਂ ਦੇ ਸੀਗੇ 75, 76, 77, ਜਿਹਦੇ ਵਿੱਚ ਇੱਕ ਟਰੈਂਬਲਿੰਗ ਸਟੇਟ ਜਾਂ ਬੜੀ ਫਲਕਚੁਏਸ਼ਨ ਹੁੰਦੀ ਆ ਪੋਲੀਟਿਕਸ ਦੇ ਵਿੱਚ, ਸੱਤਾ ਦੇ ਵਿੱਚ। ਸੋ ਜਿਹਦੇ ਨਾਲ ਵੀ ਇਹ ਜਿਹੜਾ ਚੰਡੀਗੜ੍ਹ ਦਾ ਇਸ਼ੂ ਥੋੜ੍ਹੀ ਦੇਰ ਲਈ ਥੰਮਿਆ ਰਹਿੰਦਾ। 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਰਕਾਰ ਹੁੰਦੀ ਹੈ ਔਰ ਉਹ 1 ਕਰੋੜ ਅਲਾਟ ਵੀ ਕਰਦੇ ਨੇ ਐਕੁਜ਼ੀਸ਼ਨ ਦੇ ਲਈ, ਤਾਂ ਕਿ ਜਿਹੜਾ ਹਰਿਆਣੇ ਦੇ ਨਾਲ ਸੈਟਲਮੈਂਟ ਆ ਉਹਦੇ ਲਈ ਜ਼ਮੀਨ ਜਿਹੜੀ ਅਕਵਾਇਰ ਕਰ ਲਈ ਜਾਵੇ। ਇੱਥੇ SYL ਦਾ ਮੁੱਦਾ ਆਉਂਦਾ ਹੈ। 1980 ਔਰ 81 ਦੇ ਵਿੱਚ ਅਕਾਲੀ ਦਲ ਐਜੀਟੇਸ਼ਨਾਂ ਲੀਡ ਕਰਦਾ, ਜਿਹਦੇ ਵਿੱਚ 25,000 ਤੋਂ ਵੱਧ ਗ੍ਰਿਫਤਾਰੀਆਂ ਹੁੰਦੀਆਂ ਨੇ। ਔਰ ਇੱਕ ਤਰ੍ਹਾਂ ਨਾਲ ਸੈਂਟਰ ਦਾ ਧਿਆਨ ਇਸ ਚੰਡੀਗੜ੍ਹ ਦੇ ਮੁੱਦੇ ਤੇ ਕਿ ਚੰਡੀਗੜ੍ਹ ਪੰਜਾਬ ਦਾ ਆ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਇਹ ਨਾਰਿਆਂ ਦੇ ਅਧੀਨ ਵੀ ਚੰਡੀਗੜ੍ਹ ਦਾ ਹੋਣਾ ਚਾਹੀਦਾ। ਬਟ ਸਰਕਾਰ ਕੋਈ ਨੋਟਿਸ ਨਹੀਂ ਲੈਂਦੀ। 1982 ਦੇ ਅਰਾਊਂਡ ਹੀ ਧਰਮ ਯੁੱਧ ਮੋਰਚਾ ਜਿਹੜਾ ਉਹ ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਇੱਕ ਟਰਾਈ ਪਾਰਟੀ ਅਗਰੀਮੈਂਟ ਹੁੰਦਾ, ਟਰਾਈ ਪਾਰਟੀ ਮੀਟਿੰਗਸ ਹੁੰਦੀਆਂ, ਜਿਹਦੇ ਵਿੱਚ ਸੈਂਟਰ ਦੀ ਸਰਕਾਰ, ਅਕਾਲੀ ਸਰਕਾਰ ਔਰ ਜਿਹੜੀ ਵਿਰੋਧੀ ਧਿਰ ਸੀ ਉਹ ਵੀ ਬੈਠੀ ਸੀ। ਇਹਨਾਂ ਮੀਟਿੰਗਸ ਦੇ ਵਿੱਚ ਅਕਾਲੀ ਦਲ ਔਰ ਵਿਰੋਧੀ ਧਿਰ ਦੀ ਇੱਕ ਸਹਿਮਤੀ ਬਣ ਗਈ ਸੀ ਔਰ ਕਾਂਗਰਸ ਦੇ ਵੀ ਜਿਹੜੀ ਰੂਲਿੰਗ ਸਰਕਾਰ ਸੀ ਉਹਨਾਂ ਦੇ ਕਈ ਲੋਕਾਂ ਦੀ ਸਹਿਮਤੀ ਬਣ ਗਈ ਸੀ। ਬਟ ਐਟ ਦ ਸੇਮ ਟਾਈਮ ਇੰਦਰਾ ਗਾਂਧੀ ਨੇ ਫਿਰ ਮਨਾ ਕਰ ਦਿੱਤਾ ਕਿ ਮੈਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦੇਣਾ। ਸੋ ਇੱਥੇ ਫਿਰ ਇਹ ਡਿਸਪਿਊਟ 1982-83 ਤੋਂ ਅੱਗੇ ਨੂੰ ਫਿਰ ਤੁਰਦੇ ਆਇਆ।
ਨਾਲ ਹੀ ਜਿਹੜੇ ਅਕਾਲੀ ਰਿਪਰੈਜ਼ੈਂਟੇਟਿਵ ਇਸ ਮੀਟਿੰਗ 'ਚ ਗਏ ਸੀ ਉਹਨਾਂ ਨੂੰ ਲੱਗਾ ਵੀ ਬਹੁਤ ਇਨਸਲਟ ਹੋਈ ਹੈ। ਉਹਨਾਂ ਨੇ ਸਰਕਾਰ ਨੂੰ ਐਮਬੈਰਸ ਕਰਨ ਦੇ ਲਈ ਗੇਮ ਚੱਲੀ ਕਿ ਜਿਹੜੀਆਂ ਏਸ਼ੀਅਨ ਗੇਮਸ ਹੋਣ ਵਾਲੀਆਂ ਨੇ ਉੱਥੇ ਅਸੀਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਸਰਕਾਰ ਨੂੰ ਐਮਬੈਰਸ ਕਰਾਂਗੇ। ਇੰਦਰਾ ਗਾਂਧੀ ਸਰਕਾਰ ਕੋਲ ਇਸ ਗੱਲ ਦੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਔਰ ਉਹ ਪਹਿਲਾਂ ਹੀ ਜਿੰਨੇ ਵੀ ਸਿੱਖ ਜਾਂ ਜਿੰਨੇ ਕੇਸਧਾਰੀ ਜਾਂ ਪਗੜੀ ਵਾਲੇ ਲੋਕ ਉਹਨਾਂ ਨੂੰ ਦਿਖਦੇ ਆ ਉਹਨਾਂ ਦੀ ਬਹੁਤ ਚੈਕਿੰਗ ਕਰਨ ਲੱਗ ਜਾਂਦੇ ਆ। ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹਿਊਮਿਲੀਏਟ ਕੀਤਾ ਜਾਂਦਾ। ਈਵਨ ਉਹ ਆਰਮੀ ਵਾਲੇ ਲੋਕ ਵੀ, ਪੁਲਿਸ ਯੂਨੀਫਾਰਮ ਵਾਲੇ ਸਰਦਾਰ ਵੀ ਔਰ ਪਲੱਸ ਜਿਹੜੇ MP ਸਿੱਖ ਸੀਗੇ ਉਹਨਾਂ ਨੂੰ ਵੀ ਬਹੁਤ ਥੋਰਲੀ ਫ੍ਰਿਸਕਿੰਗ ਕਰਕੇ ਉਹਨਾਂ ਨੂੰ ਇੱਕ ਬਹੁਤ ਚੈਕਿੰਗ ਐਂਡ ਕੁਐਸਚਨਿੰਗ ਦੇ ਥਰੂ ਹੋਣਾ ਪੈਂਦਾ, ਜਿਹੜਾ ਉਹਨਾਂ ਨੂੰ ਇੱਕ ਹਿਊਮਿਲੀਏਸ਼ਨ ਲੱਗਦਾ। ਤੇ ਉਸ ਟਾਈਮ ਇਹ ਸੋਚਦੇ ਆ ਜਿਹੜੀ ਸਿੱਖ ਕਮਿਊਨਿਟੀ ਆ, ਅਕਾਲੀ ਕਮਿਊਨਿਟੀ ਆ, ਉਹ ਕਹਿੰਦੇ ਵੀ ਸਾਨੂੰ ਇੱਕ ਤਰ੍ਹਾਂ ਨਾਲ ਐਜ਼ ਇ ਔਨ ਦ ਬੇਸਿਸ ਆਫ ਕਮਿਊਨਿਟੀ ਸਾਨੂੰ ਹਿਊਮਿਲੀਏਸ਼ਨ ਜਾਂ ਸਾਨੂੰ ਹਰਾਸ਼ ਕੀਤਾ ਗਿਆ ਇੰਦਰਾ ਗਾਂਧੀ ਸਰਕਾਰ ਤੋਂ। ਐਂਡ ਅਗੇਨ ਉਹੀ ਜਿਹੜੀ ਨੋਸ਼ਨ ਹੈ ਕਿ ਦਿੱਲੀ ਸਾਡੇ ਨਾਲ ਵਿਤਕਰਾ ਕਰਦੀ ਹੈ ਉਹ ਫਿਰ ਦੁਬਾਰਾ ਤੋਂ ਉੱਠ ਖੜਦੀ ਹੈ ਔਰ ਦੁਬਾਰਾ ਫਿਰ ਕੰਟੀਨਿਊ ਹੁੰਦੀ ਹੈ। 1984 ਦੇ ਵਿੱਚ 22 ਜਾਂ 23 ਰਾਊਂਡ ਆਫ ਮੀਟਿੰਗਸ ਅਕਾਲੀ ਦਲ ਦੇ ਰਿਪਰੈਜ਼ੈਂਟੇਟਿਵ ਦੀਆਂ ਹੋਈਆਂ ਸੈਂਟਰ ਦੀ ਸਰਕਾਰ ਦੇ ਨਾਲ, ਬਟ ਇਹ ਚੰਡੀਗੜ੍ਹ ਦਾ ਮੁੱਦਾ ਔਰ ਪੰਜਾਬ ਦੇ ਹੱਕਾਂ ਦਾ ਮੁੱਦਾ ਕਿਸੇ ਵੀ ਪਾਸੇ ਨਹੀਂ ਪਹੁੰਚਿਆ। 1984 'ਚ ਹੀ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਔਰ ਅਕਤੂਬਰ ਦੇ ਵਿੱਚ ਇੰਦਰਾ ਗਾਂਧੀ ਵਾਸ ਅਸੈਸੀਨੇਟਡ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਦੇ ਆ ਰਾਜੀਵ ਗਾਂਧੀ। ਰਾਜੀਵ ਗਾਂਧੀ ਇੱਕ ਜੈਂਟਲਮੈਨ ਪ੍ਰਧਾਨ ਮੰਤਰੀ ਹੁੰਦੇ ਆ, ਉਹਨਾਂ 'ਤੇ ਕੋਈ ਐਸਚ ਕੋਈ ਉਹਨਾਂ 'ਤੇ ਦਾਗ ਨਹੀਂ ਹੁੰਦਾ, ਬਹੁਤ ਫਰੈਸ਼ ਫੇਸ ਆਏ ਹੁੰਦੇ ਆ। ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜਿਹੜਾ ਇਹ ਮੁੱਦਾ ਆ ਇਹਨੂੰ ਸੋਲਵ ਕੀਤਾ ਜਾ ਸਕੇ ਛੇਤੀ ਤੋਂ ਛੇਤੀ। ਜਿਹੜਾ ਪੰਜਾਬ ਦਾ ਐਜੀਟੇਸ਼ਨ ਵਾਲਾ ਮੁੱਦਾ ਹੈ, ਜਿਹੜਾ ਪੰਜਾਬੀ ਸਿੱਖ ਜਿਹੜਾ ਸੈਂਟਰ ਔਰ ਸਿੱਖ ਡਿਸਪਿਊਟ ਹੈ, ਇਹਨੂੰ ਸੋਲਵ ਕੀਤਾ ਜਾਵੇ। ਉਹਦੇ ਲਈ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਇੱਕ ਸੀਕ੍ਰੇਟ ਮੀਟਿੰਗ ਕਰਦੇ ਆ, ਨਾਲ ਅਰਜੁਨ ਸਿੰਘ ਹੁੰਦੇ ਆ। ਉਹ ਸੀਕ੍ਰੇਟ ਮੀਟਿੰਗ ਦੇ ਵਿੱਚ ਰਾਜੀਵ ਲੌਂਗੋਵਾਲ ਅਕੋਰਡ ਹੁੰਦਾ ਹੈ। ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਇੱਕ ਸ਼ਰਤ ਇਹ ਹੁੰਦੀ ਹੈ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦੇ ਦਿੱਤਾ ਜਾਊਗਾ। ਸੋ ਇਸ ਜਗ੍ਹਾ 'ਤੇ ਵੀ ਇੱਕ ਟੈਗ ਚੰਡੀਗੜ੍ਹ ਨਾਲ ਲਗਾਇਆ ਗਿਆ ਵੀ ਅਗਰ ਚੰਡੀਗੜ੍ਹ ਤੁਸੀਂ ਪੰਜਾਬ ਨੇ ਲੈਣਾ ਹੈ ਤਾਂ ਕੁਝ ਚੀਜ਼ ਹਰਿਆਣੇ ਨੂੰ ਦੇਣੀ ਪਏਗੀ। ਸੋ ਉਹ ਕੁਝ ਚੀਜ਼ ਜਿਹੜੀ ਸੀ ਉਹ ਇੱਥੇ ਬਦਲ ਦਿੱਤੀ ਗਈ। ਰਾਜੀਵ ਲੌਂਗੋਵਾਲ ਅਕੋਰਡ 'ਚ ਕਿਹਾ ਗਿਆ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦੇ ਦਿੱਤਾ ਜਾਏਗਾ ਤੇ ਚੰਡੀਗੜ੍ਹ ਦੇ ਵਿੱਚ ਪੈਂਦੇ ਹੋਏ ਜਿਹੜੇ ਛੋਟੇ ਛੋਟੇ ਪਿੰਡ ਨੇ ਜਿਹੜੇ ਉਹਨਾਂ ਨੂੰ ਭਾਸ਼ਾ 'ਤੇ ਆਧਾਰਿਤ ਹਰਿਆਣਾ ਨੂੰ ਦੇ ਦਿੱਤਾ ਜਾਏਗਾ। ਅਗਰ ਹਰਿਆਣਾ ਦੇ ਹੋਏ ਉਹ ਹਿੰਦੀ ਸਪੀਕਿੰਗ ਹੋਏ ਹਰਿਆਣਾ ਨੂੰ, ਅਗਰ ਪੰਜਾਬੀ ਸਪੀਕਿੰਗ ਹੋਏ ਤਾਂ ਪੰਜਾਬ ਨੂੰ। ਸੋ ਇੱਕ ਤਰ੍ਹਾਂ ਨਾਲ ਇਹ ਡਿਸਪਿਊਟ ਇੱਥੇ ਖਤਮ ਕਰਨ ਦੀ ਕੋਸ਼ਿਸ਼ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਹੋਈ। ਮੈਂ ਇੱਥੇ ਇਹ ਵੀ ਪਰਸਪੈਕਟਿਵ ਤੁਹਾਨੂੰ ਦੇ ਦਾਂ ਕਿ ਅਕਾਲੀ ਲੀਡਰਸ਼ਿਪ ਨੇ ਆਲਵੇਜ਼ ਹੀ ਰਾਜੀਵ ਲੌਂਗੋਵਾਲ ਅਕੋਰਡ ਦੇ ਨਾਲ ਸਹਿਮਤੀ ਨਹੀਂ ਸੀ ਦਿਖਾਈ। ਲੌਂਗੋਵਾਲ ਜੀ ਦਾ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਦਾ ਮਰਡਰ ਹੋ ਜਾਂਦਾ, ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਪਰ ਰਾਜੀਵ ਲੌਂਗੋਵਾਲ ਅਕੋਰਡ ਇੱਕ ਉਹ ਅਕੋਰਡ ਸੀ ਜਿਹਦੇ ਵਿੱਚ ਇਹ ਖਬਰਾਂ ਨਸ਼ਰ ਹੋਈਆਂ ਸੀ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਜਿਹੜਾ ਅਨਾਉਂਸ ਕਰ ਦਿੱਤਾ ਜਾਏਗਾ ਕਿ ਪੰਜਾਬ ਦਾ ਹੋ ਚੁੱਕਾ ਹੈ। ਰਾਜੀਵ ਲੌਂਗੋਵਾਲ ਅਕੋਰਡ ਬਾਅਦ ਵਿੱਚ ਫਿਰ ਨਹੀਂ ਲਾਗੂ ਕੀਤਾ ਜਾਂਦਾ। ਲਾਗੂ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਹਰਿਆਣਾ ਦੇ ਚੀਫ ਮਿਨਿਸਟਰ ਸੀ ਬੰਸੀ ਲਾਲ, ਉਹਨਾਂ ਵੱਲੋਂ ਰਾਜੀਵ ਗਾਂਧੀ ਜੀ ਨੂੰ ਇਹ ਗੱਲ ਕਹੀ ਜਾਂਦੀ ਹੈ, ਕਈ ਕਿਤਾਬਾਂ ਦੇ ਵਿੱਚ ਮੈਂ ਪੜ੍ਹੀ ਹੈ ਇਹ ਚੀਜ਼। ਉਹਨਾਂ ਨੇ ਕਿਹਾ ਕਿ ਰਾਜੀਵ ਗਾਂਧੀ ਜੀ ਨੂੰ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਹਿੰਦੂ ਵੋਟ ਬੈਂਕ ਹੈ ਹਰਿਆਣੇ ਦਾ ਉਹਨਾਂ ਨੂੰ ਢਾਹ ਲਾ ਰਹੇ ਹੋ, ਇਹਦੇ ਨਾਲ ਕਾਂਗਰਸ ਪਾਰਟੀ ਹਾਰ ਜਾਏਗੀ, ਤੁਸੀਂ ਇੱਦਾਂ ਨਾ ਕਰੋ। ਸੋ ਇੱਥੇ ਮੈਥਿਊ ਕਮਿਸ਼ਨ ਬਣਦਾ। ਮੈਥਿਊ ਕਮਿਸ਼ਨ ਦਾ ਕੰਮ ਹੁੰਦਾ ਕਿ ਕਿਹੜੇ ਏਰੀਆਜ਼ ਚੰਡੀਗੜ੍ਹ ਦੇ ਬਦਲੇ ਨਾਲ ਲੱਗਦੇ ਹੋਏ ਹਰਿਆਣਾ ਨੂੰ ਜਾਣੇ ਨੇ, ਉਹਦੀ ਜਾਂਚ ਕਰਨੀ। ਸੋ ਇੱਥੇ ਉਹ ਜਿਹੜਾ ਚੰਡੀਗੜ੍ਹ ਜਿਹੜਾ 1 ਜਨਵਰੀ 1986 ਨੂੰ ਪੰਜਾਬ ਨੂੰ ਮਿਲਣਾ ਸੀ ਉਹਨੂੰ ਡਿਲੇ ਕਰ ਦਿੱਤਾ ਜਾਂਦਾ ਔਰ ਬਹਾਨਾ ਦਿੱਤਾ ਜਾਂਦਾ ਉਸ ਮੈਥਿਊ ਕਮਿਸ਼ਨ ਦਾ ਕਿ ਉਹ ਮੈਥਿਊ ਕਮਿਸ਼ਨ ਹਜੇ ਤੱਕ ਡਿਸਾਈਡ ਹੀ ਨਹੀਂ ਕਰ ਪਾਇਆ ਕਿਹੜੇ ਏਰੀਆਜ਼ ਦੀ ਅਦਲਾ ਬਦਲੀ ਕੀਤੀ ਜਾਏਗੀ। ਬਟ ਪਿੱਛੇ ਦਿਮਾਗ ਦੇ ਵਿੱਚ ਹਰਿਆਣਾ ਦੇ ਇਲੈਕਸ਼ਨ ਸੀ ਕਿ ਕਿਤੇ ਹਿੰਦੂ ਵੋਟ ਬੈਂਕ ਪ੍ਰਭਾਵਿਤ ਨਾ ਹੋਵੇ। ਕਾਂਗਰਸ ਵੀ ਆਲਵੇਜ਼ ਇਸੇ ਤਰ੍ਹਾਂ ਦੀ ਪੋਲਿਟਿਕਸ ਖੇਡਦੀ ਆਈ ਹੈ। ਪਰ ਅਲਟੀਮੇਟਲੀ ਹੁੰਦਾ ਕੀ ਹੈ ਕਿ ਕਾਂਗਰਸ ਪਾਰਟੀ ਪੰਜਾਬ 'ਚ ਵੀ ਹਾਰ ਜਾਂਦੀ ਹੈ ਔਰ ਹਰਿਆਣਾ ਦੇ ਵਿੱਚ ਵੀ ਹਾਰ ਜਾਂਦੀ। ਪੰਜਾਬ 'ਚ ਤਾਂ ਪਹਿਲੇ ਹਾਰੇ ਹੋਏ ਸੀ ਬਟ ਹਰਿਆਣਾ ਵੀ ਉਹਨਾਂ ਦੇ ਹੱਥੋਂ ਨਿਕਲ ਜਾਂਦਾ ਹੈ। ਔਰ ਰਾਜੀਵ ਲੌਂਗੋਵਾਲ ਅਕੋਰਡ ਪਾਰਲੀਮੈਂਟ ਦੇ ਵਿੱਚ ਮਤੇ ਦੇ ਰੂਪ ਦੇ ਵਿੱਚ ਸਹਿਮਤੀ ਦੇਣ ਦੇ ਲਈ ਇੱਕ ਮਤਾ ਦਿੱਤਾ ਗਿਆ ਸੀ ਕਿ ਜਿਹੜੀ ਪੂਰੀ ਪਾਰਲੀਮੈਂਟ ਆ ਰਾਜੀਵ ਲੌਂਗੋਵਾਲ ਅਕੋਰਡ ਦੇ ਨਾਲ ਸਹਿਮਤ ਹੈ। ਇਸ ਰੈਜ਼ੋਲੂਸ਼ਨ ਦੇ ਵਿੱਚ ਇੱਕ ਵੀ ਅਗੇਂਸਟ ਆਵਾਜ਼ ਨਹੀਂ ਉੱਠੀ ਸੀ ਜਿਹਨੇ ਕਿਹਾ ਹੋਵੇ ਕਿ ਅਸੀਂ ਨਹੀਂ ਸਹਿਮਤ। ਮਤਲਬ ਇਹ ਹੋ ਗਿਆ ਕਿ ਜਦੋਂ ਪ੍ਰਾਈਮ ਮਿਨਿਸਟਰ ਵੱਲੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ, ਇੱਕ ਮੋਰਲ ਰਿਸਪੌਂਸਿਬਿਲਿਟੀ, ਆਪਣੇ ਦੇਸ਼ ਦੇ ਸਭ ਤੋਂ ਵੱਡੀ ਪੋਸਟ ਹੀ ਪ੍ਰਾਈਮ ਮਿਨਿਸਟਰ ਹੈ, ਉਹਨਾਂ ਦੀ ਇੱਕ ਮੋਰਲ ਰਿਸਪੌਂਸਿਬਿਲਿਟੀ ਆ ਈਵਨ ਆਉਣ ਵਾਲੀਆਂ ਸਰਕਾਰਾਂ ਦੀ ਵੀ ਕਿ ਉਸ ਬੰਦੇ ਨੇ ਜੋ ਵੀ ਪ੍ਰੋਮਿਸ ਕੀਤਾ, ਐਕਚੁਅਲੀ ਇਹ ਪ੍ਰੋਮਿਸ ਪ੍ਰਾਈਮ ਮਿਨਿਸਟਰ ਦੀ ਕੁਰਸੀ ਵੱਲੋਂ ਕੀਤਾ ਗਿਆ ਵੀ ਉਸ ਕੁਰਸੀ ਵੱਲੋਂ ਜੋ ਵੀ ਪ੍ਰੋਮਿਸ ਕੀਤਾ ਉਹਨੂੰ ਇੰਪਲੀਮੈਂਟ ਕੀਤਾ ਜਾਵੇ। ਬਟ ਉਹ ਮੋਰਲ ਅਥਾਰਟੀ ਵੀ ਨਹੀਂ ਮੰਨਿਆ ਗਿਆ। ਉਸ ਮੋਰਲ ਰਿਸਪੌਂਸਿਬਿਲਿਟੀ ਦੇ ਬੇਸਿਸ 'ਤੇ ਵੀ
ਚੰਡੀਗੜ੍ਹ ਦਾ ਡਿਸਪਿਊਟ ਅੱਜ ਵੀ ਉਵੇਂ ਹੀ ਚੱਲਦਾ। ਰਾਜੀਵ ਲੌਂਗੋਵਾਲ ਅਕੋਰਡ ਨੂੰ ਕੋਈ ਜਾਣਾ ਡੀਡ ਆਫ ਸਰੈਂਡਰ ਕਹਿੰਦਾ, ਕੋਈ ਜਾਣਾ ਇਹਦੇ ਨਾਲ ਬਹੁਤ ਖੁਸ਼ ਹੈ, ਪਰ ਚੰਡੀਗੜ੍ਹ ਕਿਸੇ ਵੀ ਪਾਸੇ ਨਹੀਂ ਲੱਗਾ। 1986 ਦੇ ਵਿੱਚ ਜੋ ਪੰਜਾਬ ਨੂੰ ਚੰਡੀਗੜ੍ਹ ਮਿਲਣ ਦਾ ਵਾਅਦਾ ਹੋਇਆ ਸੀ, ਉਹ ਵਾਅਦਾ ਤਾਂ ਪੂਰਾ ਨਹੀਂ ਹੋਇਆ, ਉਹ ਵਾਅਦਾ ਕੈਂਸਲ ਵੀ ਨਹੀਂ ਹੋਇਆ। ਉਹਦੇ ਤੇ ਕਮਿਸ਼ਨ ਬਣਿਆ, ਵੈਂਕਟਾਚਲਈਆ ਕਮਿਸ਼ਨ ਬਣਿਆ, ਬਟ ਉਹਨਾਂ ਕਮਿਸ਼ਨਾਂ ਦੀ ਰਿਪੋਰਟ ਰੁਕ ਗਈ, ਅੱਗੇ ਕੁਝ ਵੀ ਉਹ ਡਿਸਾਈਡ ਨਹੀਂ ਕਰ ਪਾਏ। ਕੰਡੂ ਖੇੜਾ ਮੈਂ ਦੱਸ ਚੁੱਕੀ ਹਾਂ ਵੀ ਉਹ ਸਿੱਖ ਏਰੀਆ ਨਿਕਲਿਆ, ਬਟ ਉਹ ਫਾਜ਼ਿਲਕਾ ਬੋਰਡ ਦਾ ਕੈਂਸਲ ਹੋ ਚੁੱਕਾ ਸੀ। ਉਹਨਾਂ ਨੇ ਕਿਹਾ ਸੀ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਕਿ ਚੰਡੀਗੜ੍ਹ ਦਾ ਏਰੀਆਜ਼ ਹੀ ਐਕਸਚੇਂਜ ਕਰ ਲਿਆ ਜਾਵੇ, ਬਟ ਅੱਗੇ ਕੁਝ ਵੀ ਨਹੀਂ ਬਣਿਆ। ਕੁਛ ਵੀ ਕਿਉਂ ਨਹੀਂ ਬਣਿਆ? ਕਿਉਂਕਿ ਆਪਣੀ ਅਕਾਲੀ ਜਿਹੜੀ ਸਰਕਾਰ ਸੀ, ਅਕਾਲੀ ਜਿਹੜੀ ਪਾਰਟੀ ਸੀ, ਉਹਨਾਂ ਦਾ ਹੀ ਇਹ ਕੰਮ ਸੀ ਪੰਜਾਬੀ ਸੂਬੇ ਦੀ ਗੱਲ ਕਰਨਾ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਕਦੀ ਵੀ ਕੋਈ ਯਤਨ ਪੰਜਾਬ ਦੇ ਲਈ, ਚੰਡੀਗੜ੍ਹ ਦੇ ਲਈ, ਪੰਜਾਬ ਦੇ ਪਾਣੀਆਂ ਔਰ ਚੰਡੀਗੜ੍ਹ ਦੇ ਲਈ ਨਹੀਂ ਕੀਤੇ ਗਏ। ਖੈਰ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕਾਫੀ ਐਫਰਟਸ ਬਾਅਦ ਵਿੱਚ ਦਿਖਾਈਆਂ ਗਈਆਂ, ਪਰ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਹੁੰਦੇ ਸੀ, ਪਹਿਲਾਂ ਅਕਾਲੀ ਪਾਰਟੀ 'ਚ ਹੁੰਦੇ ਸੀ। ਸੋ ਹੁਣ ਜਿਹੜਾ ਅੱਜ ਦੇ ਸਮੇਂ 'ਚ ਆਉਂਦੇ ਆ, ਸਿੱਧਾ ਹੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਇਸ਼ੂ ਹੈ ਸਿਰਫ ਔਰ ਸਿਰਫ ਇੱਕ ਰਿਐਕਸ਼ਨ ਰਹਿ ਚੁੱਕਾ ਹੈ। ਜਦੋਂ ਸਿਆਸਤ ਕਿਸੇ ਦੀ ਹਿੱਲਣ ਲੱਗਦੀ ਹੈ, ਉਦੋਂ ਹੀ ਚੰਡੀਗੜ੍ਹ ਦਾ ਮੁੱਦਾ ਉਛਾਲ ਦਿੱਤਾ ਜਾਂਦਾ ਹੈ ਕਿ ਕਿਸੇ ਤਰ੍ਹਾਂ ਆਪਣੀ ਸਿਆਸਤ ਨੂੰ ਬਚਾ ਲਈਏ ਇਸ ਮੁੱਦੇ ਦੀ ਰਾਜਨੀਤੀ ਕਰਕੇ। ਚੰਡੀਗੜ੍ਹ ਦਾ ਹੁਣ ਮੁੱਦਾ ਜਿਹੜਾ 2022 ਦੇ ਵਿੱਚ ਜਿਹੜਾ ਦੁਬਾਰਾ ਚੱਕਿਆ ਗਿਆ, ਇਸ ਕਰਕੇ ਹੋਇਆ ਕਿਉਂਕਿ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਇਹ ਵੀ ਪੰਜਾਬ ਰੀਆਰਗੇਨਾਈਜੇਸ਼ਨ 1966 ਦਾ ਇੱਕ ਹਿੱਸਾ ਸੀ, ਜਿਹਦੇ ਵਿੱਚ ਪੰਜਾਬ ਦੇ ਪਾਣੀ ਜਿਹੜੇ ਸੀ ਉਹ ਸੈਂਟਰ ਦੇ ਕੰਟਰੋਲ ਚਲੇ ਗਏ ਸੀ। ਉਹਨਾਂ ਨੂੰ ਕੰਟਰੋਲ ਕਰਨ ਦੇ ਲਈ BBMB ਬਣਾਇਆ ਗਿਆ ਸੀ। ਇਹਦੇ ਵਿੱਚ ਜਿਹੜੀ ਪੰਜਾਬ ਦਾ ਇੱਕ ਚੇਅਰਮੈਨ ਹੁੰਦਾ ਸੀ ਉਹ ਖਤਮ ਕਰ ਦਿੱਤਾ ਗਿਆ ਸੀ। ਇਹਦੇ ਖਿਲਾਫ ਇੱਕ ਬਹੁਤ ਵੱਡੀ ਆਵਾਜ਼ ਜਿਹੜੀ ਸੀ ਉਹ ਲੋਕਾਂ ਨੇ ਚੱਕੀ ਆ, ਪੰਜਾਬ ਦੇ ਲੋਕਾਂ ਨੇ ਚੱਕੀ ਆ। ਸੋ ਉਸ ਤੋਂ ਬਾਅਦ ਸਿਟਕੋ ਦਾ ਮੁੱਦਾ ਆਇਆ, ਔਰ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੈਂਟਰਲ ਸਰਵਿਸ ਰੂਲ ਲਾਗੂ ਕਰ ਦਿੱਤੇ ਗਏ, ਜਿਹਦੇ ਤੋਂ ਪੰਜਾਬ ਇੱਕ ਤਰ੍ਹਾਂ ਜਾਂ ਪੰਜਾਬ ਦੇ ਲੋਕ ਇਹ ਫੀਲ ਕਰਦੇ ਆ ਕਿ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਬਣਦਾ ਸੀ ਉਹ ਕੈਂਸਲ ਹੋ ਰਿਹਾ ਸਿੱਧੇ ਢੰਗ ਦੇ ਨਾਲ। ਇਸੇ ਰਿਐਕਸ਼ਨ ਦੇ ਵਿੱਚ ਭਗਵੰਤ ਮਾਨ ਸਰਕਾਰ ਨਵੀਂ ਆਈ ਸੀ, ਉਹਨਾਂ ਨੇ ਮਤੇ ਪਾਏ, ਉਹਨਾਂ ਨੇ ਮਤਾ ਪਾਇਆ। ਉਸ ਤੋਂ ਪਹਿਲਾਂ 6 ਮਤੇ ਸੀ, ਉਹ ਪੈ ਚੁੱਕੇ ਸੀ। ਭਗਵੰਤ ਮਾਨ ਸਰਕਾਰ ਨੇ ਆ ਕੇ 7ਵਾਂ ਮਤਾ ਪਾਇਆ, ਔਰ ਮਤੇ ਪਾਉਣ ਦਾ ਜੇ 6ਾਂ ਦਾ ਕੋਈ ਹੱਲ ਨਹੀਂ ਹੋਇਆ, ਭਗਵੰਤ ਮਾਨ ਜੀ ਦੇ ਮਤੇ ਦਾ ਕੀ ਹੱਲ ਹੁੰਦਾ ਅੱਗੇ ਦੇਖਿਆ ਜਾਊਗਾ। ਭਗਵੰਤ ਮਾਨ ਜੀ ਪੰਜਾਬ ਦੇ CM ਦੇ ਰਿਐਕਸ਼ਨ ਦੇ ਵਿੱਚ ਮਤਾ ਪਾਇਆ ਹਰਿਆਣਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਆ, ਇਹ ਚੰਡੀਗੜ੍ਹ ਜਿਹੜਾ ਹਰਿਆਣੇ ਦਾ ਹੈ, ਪੰਜਾਬ ਦਾ ਹੱਕ ਨਹੀਂ ਹੈ, ਇਹ ਸਾਡਾ ਸਾਂਝਾ ਆ। ਔਰ ਪਲੱਸ ਉਹਨਾਂ ਨੇ ਅੱਗੇ SYL ਐਂਡ ਹੋਰ ਮੁੱਦੇ ਵੀ ਛੇੜੇ। ਪਲੱਸ ਨਾਲ ਹੀ ਹਿਮਾਚਲ ਪ੍ਰਦੇਸ਼ ਵੀ ਆ ਗਿਆ, ਜਿਨ੍ਹਾਂ ਨੇ ਆਪਣਾ ਹੱਕ ਜਤਾਉਣਾ ਚੰਡੀਗੜ੍ਹ ਤੇ ਸ਼ੁਰੂ ਕਰਤਾ। ਔਰ ਨਾਲ ਜਿਹੜੀ ਚੰਡੀਗੜ੍ਹ UT ਹੈ, ਉਹਨਾਂ ਦੀ MC ਜਿਹੜੀ ਹੈਗੀ ਹੈ, ਉਹਨਾਂ ਦੀ ਮਿਊਨਿਸਪਲ ਕਾਰਪੋਰੇਸ਼ਨ ਆ, ਉਹਨਾਂ ਨੇ ਵੀ ਇਹ ਚੀਜ਼ ਜਿਹੜਾ ਕਹੀ ਕਿ ਜਿਹੜਾ ਚੰਡੀਗੜ੍ਹ ਉਹ ਸਿਰਫ ਚੰਡੀਗੜ੍ਹ ਦਾ ਹੀ ਹੈ, ਇਹ ਚੰਡੀਗੜ੍ਹ ਦੇ ਲੋਕਾਂ ਦਾ ਹੈ, ਨਾ ਪੰਜਾਬ ਦਾ ਨਾ ਹਰਿਆਣਾ ਦਾ। ਸੋ 56 ਸਾਲ ਬਾਅਦ ਅੱਜ ਵੀ ਇਹ ਇਸ਼ੂ ਐਵੇਂ ਦਾ ਐਵੇਂ ਆ। ਇਹਦੇ ਹੱਲ ਕੀ ਹੋ ਸਕਦਾ? ਮੈਂ ਆਖਰੀ ਲਾਈਨ ਕਹੂੰਗੀ, ਹੱਲ ਇਹਦਾ ਉਹੀ ਹੈ ਵੀ ਜਿੱਥੇ ਗੱਲਬਾਤ ਰੁਕੀ ਸੀ ਉੱਥੋਂ ਹੀ ਗੱਲਬਾਤ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ। ਮਤੇ ਪਾਉਣਾ ਹੱਲ ਨਹੀਂ ਹੈ। ਜਿਵੇਂ ਪਹਿਲਾਂ ਕਮਿਸ਼ਨ ਤੇ ਕਮਿਸ਼ਨ ਬਣੇ ਆ, ਉਹੀ ਕਮਿਸ਼ਨਾਂ ਤੋਂ ਗੱਲਬਾਤ ਨੂੰ ਅੱਗੇ ਸਟਾਰਟ ਕੀਤਾ ਜਾਵੇ। ਥੈਂਕ ਯੂ ਸੋ ਮਚ ਫॉर ਵਾਚਿੰਗ।